ਹਲਕਾ ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਤੇ ਆਈਲੈਟ ਸੈਂਟਰ ਦੇ ਇੱਕ ਮੈਡਮ ਨੇ ਦੋਸ਼ ਲਗਾਇਆ। ਸੈਕਿੰਡ ਡੇ ਸਰ ਕੀ ਹੋਇਆ, ਜਦੋਂ ਮੈਂ ਮਨਾ ਕਰ ਦਿੱਤਾ ਉਹ ਸਾਡੇ ਆਫਿਸ ਤੋਂ ਚਲੇ ਗਏ। ਫਿਰ ਤੋਂ ਸਰ ਇਹਨਾਂ ਦੇ ਆਫਿਸ ਤੋਂ ਫੋਨ ਆਂਦਾ ਮੈਨੂੰ ਕਰਨ ਸਿਉੜਾ, ਜਿਹੜਾ ਕਿ ਸਰ ਆਪਣਾ ਕੋਈ ਜਨਰਲ ਸਕੱਤਰ ਦੱਸ ਰਿਹਾ ਉਹ ਪੰਜਾਬ। ਸਰ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਆਫਿਸ 'ਚ ਪੇਸ਼ ਹੋ। ਸਰ ਪੇਸ਼ ਹੋਣ ਦਾ ਮਤਲਬ ਕੀ ਹੈ? ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ ਪੇਸ਼ ਹੋ, ਇਹਦਾ ਕਿੱਧਰ ਨੂੰ ਹੈ ਨਾ ਜਾ ਰਿਹਾ ਸਰ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਐਸਐਸਪੀ ਹੋ, ਤੁਸੀਂ ਡੀਐਸਪੀ ਹੋ, ਤੁਸੀਂ ਮੈਨੂੰ ਫੋਨ ਕਿਸ ਅਥਾਰਟੀ ਨਾਲ ਕੀਤਾ? ਪਰ ਇਹਨਾਂ ਦੇ ਜਿਹੜੇ ਦੋਨੋਂ ਪਰਸਨ ਸੀ ਉਹ ਸਾਡੇ ਆਫਿਸ ਆਉਂਦੇ ਨਹੀਂ, ਬੈਠੇ ਰਹੇ ਸਰ। ਉਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਤੁਸੀਂ ਪਾਰਟੀ ਫੰਡ ਦਿਓ। ਪਾਰਟੀ ਫੰਡ ਦੀ ਮੰਗ ਕੀਤੀ ਕਿ ਮੇਰੇ ਵੱਲੋਂ ਬਿਲਕੁਲ ਹੀ ਨੈਗਲੈਕਟ ਕਰ ਦਿੱਤਾ ਗਿਆ ਕਿ ਮੈਂ ਨਹੀਂ ਦੇਵਾਂਗੀ ਜੀ। ਜਦੋਂ ਅਸੀਂ ਇੱਕ ਨੰਬਰ ਕੰਮ ਕਰਦੇ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਅਸੀਂ ਕਿਉਂ ਪਾਰਟੀ ਫੰਡ ਦੇਈਏ? ਕਿਹਾ ਕਿ ਪਾਰਟੀ ਫੰਡ ਮੰਗੇ, ਕਿਹਾ ਕਿ ਉਹਨਾਂ ਨੇ ਸਰ ਇਹ ਕਿਹਾ ਕਿ ਦੇਖੋ ਤੁਹਾਡੇ ਐਵੇਂ ਦੇ ਜਿਵੇਂ ਛੋਟੇ ਮੋਟੇ ਰੋਲੇ ਨਹੀਂ ਪੈਂਦੇ ਰਹਿੰਦੇ ਨੇ ਹੈ ਨਾ, ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਕੋਈ ਗਲਤ ਕੰਮ ਕਰੋ ਸਹੀ, ਤੁਹਾਡੇ ਵੱਲ ਪੁਲਿਸ ਜਾਂ ਕੋਈ ਵੀ ਹੈ ਨਾ ਅਦਰ ਦੇਖੇਗਾ ਵੀ ਨਹੀਂ, ਤੁਸੀਂ ਸਾਨੂੰ ਮਨੀ ਦਿਓ। ਉਦੋਂ ਸਰ ਇਹਨਾਂ ਦੇ ਆਫਿਸ ਗਈ ਤੇ ਐਮਐਲਏ ਸਾਹਿਬ ਨੂੰ ਮਿਲਣ ਲਈ ਕਿਹਾ। ਐਮਐਲਏ ਸਾਹਿਬ ਦੀ ਸਰ ਇੰਨੀ ਰੂਟ ਲੈਂਗੁਏਜ, ਮੈਨੂੰ ਚਲੋ ਇਹ ਇਦਾਂ ਦੀ ਕੋਈ ਆਸ ਨਹੀਂ ਸੀ ਕਿ ਮੇਰੇ ਨਾਲ ਗਲਤ ਬੋਲਣਗੇ, ਮੈਨੂੰ ਇਹ ਸੀ ਕਿ ਰਿਸਪੈਕਟ ਨਾਲ ਬਿਠਾਣਗੇ। ਸਰ ਇਹਨਾਂ ਨੇ ਫਿਰ ਸਾਨੂੰ ਇੱਕ ਇੱਕ ਚੀਜ਼ ਗਲਤ ਬੋਲੀ, ਕਹਿੰਦੇ ਕਿ ਤੁਸੀਂ ਕੁੜੀਆਂ ਕਿਉਂ ਰੱਖੀਆਂ ਹੋਈਆਂ ਆਫਿਸ। ਸੈਕਿੰਡ ਥਿੰਗ ਸਰ, ਇਹਨਾਂ ਨੂੰ ਐਪਲੀਕੇਸ਼ਨ ਲੈਣ ਦਾ ਰਾਈਟ ਕੀ ਹੈ? ਜਦੋਂ ਇਟ ਮੀਨ ਤੇ ਇਹ ਹੋਇਆ ਸਰ, ਇਹ ਨਿਆਂਪਾਲਿਕਾ ਨੂੰ ਵੀ ਆਪਣੇ ਅੰਡਰ ਲੈ ਰਹੇ ਨੇ ਤੇ ਕਾਰਜਪਾਲਿਕਾ ਨੂੰ ਵੀ ਲੈ ਰਹੇ ਨੇ। ਫਿਰ ਤਾਂ ਸਰ ਇਹਨਾਂ ਨੂੰ ਕੀ ਕਰਨਾ ਚਾਹੀਦਾ? ਆਪਣੇ ਕੋਰਟ ਬੰਦ ਕਰ ਦੇਣੇ ਚਾਹੀਦੇ ਨੇ, ਠੀਕ ਹੈ, ਪੁਲਿਸ ਸਟੇਸ਼ਨ ਬੰਦ ਕਰ ਦੇਣੇ ਚਾਹੀਦੇ ਨੇ, ਐਮਐਲਏ ਨੂੰ ਆਪਣੀ ਕਚਹਿਰੀ ਲਾਣੀ ਚਾਹੀਦੀ ਹੈ। ਫਿਰ ਤਾਂ ਸਾਰਾ ਕੁਝ ਇਹਨਾਂ ਦੇ ਅੰਡਰ ਹੈ। ਫਿਰ ਸਰ ਕਾਹਦੀ ਡੈਮੋਕ੍ਰੇਸੀ ਰਹਿ ਗਈ? ਇਹਨਾਂ ਨੇ ਸਰ ਜਦੋਂ ਮੈਂ 10 ਮਿੰਟ ਬਾਅਦ ਆਪਣੇ ਆਫਿਸ ਆਈਆਂ ਸਰ, ਉੱਥੇ ਸਾਰੀ ਦੁਰਾਹੇ ਦੀ ਪੁਲਿਸ ਮੇਰੇ ਆਫਿਸ 'ਚ, ਸਾਡਾ ਸਾਰਾ ਸਟਾਫ ਡਰ ਗਿਆ। ਤੇ ਸਰ ਜਦੋਂ ਅਸੀਂ ਉਹਨਾਂ ਨੂੰ ਸਾਰੇ ਆਪਣੇ ਲਾਇਸੈਂਸ ਡਾਕੂਮੈਂਟ ਦਿਖਾ ਦਿੱਤੇ, ਫਿਰ ਸਰ ਮੈਂ ਉਹਨਾਂ ਨੇ ਮੇਰੀ ਏਐਸਆਈ ਨਾਲ ਗੱਲ ਕਰਵਾਈ, ਐਸਐਚਓ ਨਾਲ। ਐਸਐਚਓ ਸਰ ਕਹਿੰਦੇ ਵੀ ਹਾਂਜੀ ਤੁਹਾਡੇ ਅਗੇਂਸਟ ਕੰਪਲੇਂਟ ਆਈ ਹੈ। ਮੈਂ ਕਿਹਾ ਸਰ ਮੇਰੀ ਗੱਲ ਸੁਣੋ, ਕੋਈ ਕੰਪਲੇਂਟ ਨਹੀਂ ਆ, ਕੋਈ ਕੁਝ ਨਹੀਂ ਹੈਗਾ ਜੀ, ਤੁਹਾਨੂੰ ਐਮਐਲਏ ਸਾਹਿਬ ਨੇ ਭੇਜਿਆ ਹੋਇਆ। ਫਿਰ ਸਰ ਇਹ ਕੀ ਹੈ? ਕਿਹੜਾ ਗੁੰਡਾ ਰਾਜ ਹੀ ਚੱਲ ਰਿਹਾ ਹੈ? ਇਹ ਕਿਹੜੀ ਆਮ ਆਦਮੀ ਪਾਰਟੀ ਹੈ? ਦੱਸੋ ਸਾਨੂੰ, ਆਮ ਆਦਮੀ ਦੀ ਪਾਰਟੀ ਹੈਗੀ ਹੈ? ਬਾਅਦ ਸਰ ਮੇਰੀਆਂ 3 ਕਾਨਫਰੰਸਾਂ ਸੀਗੀਆਂ ਮੀਡੀਆ ਦੇ ਨਾਲ, ਉਹ ਵੀ ਇਹਨਾਂ ਨੇ ਰੱਦ ਕਰਵਾ ਦਿੱਤੀਆਂ ਸਰ। ਇੱਕ ਕਾਨਫਰੰਸ ਕਵਰ ਅਪ ਵੀ ਹੋਈ, ਫਿਰ ਵੀ ਸਰ ਇਹਨਾਂ ਨੇ ਲੱਗਣ ਨਹੀਂ ਦਿੱਤੀ। ਇੱਥੋਂ ਈਵਨ ਕਿ ਮੇਰਾ ਐਡਵੋਕੇਟ ਵੀ ਸਰ ਇਹਨਾਂ ਨੇ ਭਜਾ ਦਿੱਤਾ ਹੈ। ਜਿਹੜੀ ਆਪਣੇ ਐਮਐਲਏ ਸਾਹਿਬ ਨੇ ਆਪਣਾ ਨਵਾਂ ਹੈ ਨਾ, ਇਹਨਾਂ ਨੇ ਬਿਜ਼ਨਸ ਸਟਾਰਟ ਕੀਤਾ ਹੈ ਨਿਆਂਪਾਲਿਕਾ ਨੂੰ ਆਪਣੇ ਹੱਥ 'ਚ ਲੈਣ ਦਾ। ਇਹ ਸਰ ਇਹਨਾਂ ਦੀ ਐਪਲੀਕੇਸ਼ਨ ਹੈ, ਜਿਹੜੀ ਐਪਲੀਕੇਸ਼ਨ ਲੈਣ ਦਾ ਇਹਨਾਂ ਨੇ ਨਵਾਂ ਕੰਮ ਸਟਾਰਟ ਕੀਤਾ ਹੈ। ਭਗਵੰਤ ਮਾਨ ਜੀ ਹੁਣਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ ਸੀ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਤੁਸੀਂ ਵੀਡੀਓ ਬਣਾਓ ਤੇ ਸਾਨੂੰ ਸੈਂਡ ਕਰੋ। ਕੋਈ ਇਦਾਂ ਦਾ ਕੀਤਾ ਤੁਸੀਂ? ਉਸ ਨੰਬਰ ਤੇ ਵੀ ਮੈਂ ਸਾਰਾ ਕੁਝ ਪੀਤਾ ਹੈ ਨਾ, ਮੇਰੇ ਕੋਲ ਰਿਕਾਰਡ 'ਚ ਪਿਆ ਹੈ ਸਰ। ਮੈਨੂੰ ਕੋਈ ਹਜੇ ਤੱਕ ਕੋਈ ਰਿਵਰਟ ਨਹੀਂ ਆਇਆ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਹੋਊ ਤੇ ਆਮ ਲੋਕਾਂ ਦੀ ਗੱਲ ਵੀ ਸੁਣੀ ਜਾਊ ਤੇ ਉਹਨਾਂ ਦੇ ਮਸਲੇ ਵੀ ਹੱਲ ਕੀਤੇ ਜਾਣਗੇ। ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ, ਪਰ 5 ਮਹੀਨੇ ਬੀਤਣ ਦੇ ਬਾਵਜੂਦ ਵੀ ਆਮ ਲੋਕ ਆ ਜਿਹੜੇ ਉਹ ਉਸੇ ਤਰਾਸਦੀ ਦੇ ਵਿੱਚੋਂ ਲੰਘ ਰਹੇ ਨੇ। ਅੱਜ ਸਾਡੇ ਨਾਲ ਆਈਲੈਟਸ ਕਰਾ ਰਹੇ ਯੂਨੀਵਰਸ ਆਈਲੈਟਸ ਸੈਂਟਰ ਦੇ ਮੈਡਮ ਉਹ ਨਾਲ ਨੇ, ਉਹ ਸਾਨੂੰ ਦੱਸਣਗੇ ਕਿ ਉਹਨਾਂ ਨਾਲ ਕੀ ਕੀ ਕਹਾਣੀ ਵਾਪਰੀ। ਮੈਮ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਆਪਣੀ ਗੱਲ ਹੋਈ ਹੈ ਜੀ ਹੈ ਨਾ ਕਿ ਤੁਹਾਡੇ ਆਈਲੈਟ ਸੈਂਟਰ ਦੇ ਵਿੱਚ ਇੱਕ ਰੌਲਾ ਪੈ ਰਿਹਾ ਕਿ ਤੁਸੀਂ ਬੱਚੇ ਦੀ ਫੀਸ ਆ ਜਿਹੜੀ ਉਹ ਵੀ ਭਰੀ ਆ, ਉਸ ਤੋਂ ਬਾਅਦ ਉਹਨੂੰ ਬਾਹਰ ਨਹੀਂ ਭੇਜਿਆ। ਕੀ ਰੌਲਾ ਪੂਰਾ? ਸਰ ਇਹਦੇ 'ਚ ਕੋਈ ਰੌਲਾ ਨਹੀਂ ਹੈ ਜੀ। ਫੀਸ ਸਾਰੀ ਬੱਚੇ ਦੀ ਸਾਡੇ ਦੁਆਰਾ ਭਰੀ ਗਈ ਸੀ। ਬੱਚੇ ਦੀ ਜਿਹੜੀ ਫਾਈਲ ਸੀ ਅੰਬੈਸੀ 'ਚ ਚਲੀ ਗਈ, ਅੰਬੈਸੀ ਵੱਲੋਂ ਫਾਈਲ ਰਿਜੈਕਟ ਹੋ ਗਈ, ਰਿਫਿਊਜ਼ਲ ਆ ਗਈ ਬੱਚੇ ਦੀ। ਦੇਖੋ ਸਰ ਸਾਡਾ ਕੰਮ ਹੈ ਕਿ ਅਸੀਂ ਫਾਈਲ ਲਗਾਣੀ, ਵੀਜ਼ਾ ਦੇਣਾ ਅੰਬੈਸੀ ਦਾ ਕੰਮ ਹੈ। ਦੇਖੋ ਅੰਬੈਸੀ ਨੇ ਤਾਂ ਆਪਣੇ ਮੋਦੀ ਸਾਹਿਬ ਨੂੰ ਵੀ ਬੈਨ ਕਰ ਦਿੱਤਾ ਸੀਗਾ, ਕੀ ਫਿਰ ਉੱਥੇ ਐਮਐਲਏ ਸਾਹਿਬ ਨੇ ਐਪਲੀਕੇਸ਼ਨਾਂ ਲਈਆਂ ਨਹੀਂ ਲਈਆਂ ਨਾ ਸਰ। ਦੇਖੋ ਵੀਜ਼ਾ ਉਹਨਾਂ ਦੇਣਾ, ਉਹ ਵੀ ਸਰ ਕੀ ਹੋਇਆ ਸੀ ਬੱਚੇ ਦੀ ਰਿਫਿਊਜ਼ਲ ਤੋਂ ਬਾਅਦ ਸਰ ਸਾਡਾ ਜਿਹੜਾ ਕੇਸ ਸੀ ਉਹ ਪੁਲਿਸ ਸਟੇਸ਼ਨ ਚਲੇ ਗਿਆ ਸੀਗਾ ਤੇ ਅਸੀਂ ਉੱਥੇ ਸਰ ਇਹੀ ਕੰਪਰੋਮਾਈਜ਼ ਰਿਟਨ 'ਚ ਹੋਇਆ ਸੀ ਕਿ ਬੱਚੇ ਦੀ ਰੀਅਪਲਾਈ ਕੀਤਾ ਜਾਏਗਾ ਕੇਸ, ਔਰ ਜਦੋਂ ਤੱਕ ਵੀਜ਼ਾ ਨਹੀਂ ਆਏਗਾ ਬੱਚਾ ਵੇਟ ਕਰੇਗਾ। ਔਰ ਸਰ ਅਸੀਂ ਰੀਅਪਲਾਈ ਕਰ ਦਿੱਤਾ ਸੀ, ਕਾਲਜ ਚੇਂਜ ਹੋ ਗਿਆ ਸਾਰਾ ਕੁਝ, ਉਹ ਸਾਡੇ ਨਾਲ ਬੱਚਾ ਸਹਿਮਤ ਸੀ, ਸਾਰਾ ਸਰ ਕੰਪਰੋਮਾਈਜ਼ ਹੋ ਕੇ ਓਕੇ ਹੋ ਗਿਆ ਸੀ ਜੀ। ਪਰ ਇੱਕ ਤੁਹਾਡੀ ਆਡੀਓ ਵਾਇਰਲ ਹੋ ਰਹੀ ਆ, ਤੁਹਾਡਾ ਪੰਗਾ ਆਮ ਆਦਮੀ ਪਾਰਟੀ ਦੇ ਐਮਐਲਏ ਗਿਆਸਪੁਰਾ ਜੀ ਆ ਜਿਹੜੇ ਉਹਨਾਂ ਨਾਲ ਪਿਆ ਹੋਇਆ, ਉਹ ਕਿਉਂ ਪਿਆ? ਕੀ ਮਸਲਾ ਕੀ ਆ? ਸਰ ਹਾਂਜੀ ਇਹ ਪਾਇਲ ਤੋਂ ਆਪਣੇ ਐਮਐਲਏ ਗਿਆਸਪੁਰਾ ਜੀ ਨੇ। ਸਰ ਇਹ ਮੇਨ ਚੀਜ਼ ਇਹ ਹੋਈ ਕਿ ਜਦੋਂ ਇਹ ਬੱਚੇ ਨੂੰ ਉਹਨਾਂ ਨੇ
ਕਿਸੇ ਨਾ ਕਿਸੇ ਤਰ੍ਹਾਂ ਸਰ ਕੰਟੈਕਟ ਕੀਤਾ ਔਰ ਉਹਨਾਂ ਨੂੰ ਵੈਸੇ ਹੀ ਗੱਲਾਂ 'ਚ ਕਰਕੇ ਇੱਕ ਐਪਲੀਕੇਸ਼ਨ ਰਿਟਨ 'ਚ ਲੈ ਲਈ ਹੈ। ਔਰ ਸਰ ਇਸ ਤੋਂ ਬਾਅਦ ਇਹਨਾਂ ਦੇ ਆਫਿਸ ਤੋਂ ਮੈਨੂੰ ਫੋਨ ਆਉਂਦਾ ਹੈ ਕਿ ਮੈਡਮ ਇੱਦਾਂ ਕਰਕੇ ਵੀ ਬੱਚਾ ਹੈ ਹੈ ਨਾ, ਕਿ ਸਰ ਅਸੀਂ ਉਹਦੇ ਡਾਕੂਮੈਂਟ ਵੀ ਤੁਹਾਡੇ ਕੋਲ ਨਹੀਂ ਸਰ, ਹੈ ਨਾ। ਦੇਖੋ ਉਹ ਅਸੀਂ ਵੀ ਤੁਹਾਨੂੰ ਵੀ ਪਤਾ ਹੈ ਜਦੋਂ ਸਾਡੀ ਪੇਮੈਂਟ ਲੱਗੀ ਹੋਈ ਹੈ ਅੰਬੈਸੀ 'ਚ ਫਾਈਲ ਵੇਟ ਤਾਂ ਕਰਨਾ ਹੀ ਪਏਗਾ ਸਰ। ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਸਰ, ਤੁਸੀਂ ਸਾਡੇ ਆਫਿਸ ਆਓ, ਮੋਸਟ ਵੈਲਕਮ ਹੈ, ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ। ਸਰ ਇਹਨਾਂ ਦੇ 2 ਪਰਸਨ ਇਹਨਾਂ ਦੇ ਵਰਕਰ ਨੇ ਜਿਹੜੇ, ਉਹ ਸਾਡੇ ਆਫਿਸ ਆਏ, ਫੈਮਿਲੀ ਆਈ, ਸਾਰੀ ਗੱਲਬਾਤ ਹੋਈ, ਫਿਰ ਤੋਂ ਦੁਬਾਰਾ ਤੋਂ ਸਰ ਕੰਪਰੋਮਾਈਜ਼ ਬੈਠ ਕੇ ਹੋ ਗਿਆ ਕਿ ਜਦੋਂ ਤੱਕ ਫਾਈਲ ਦਾ ਰਿਜ਼ਲਟ ਨਹੀਂ ਆਂਦਾ ਵੇਟ ਕਰਨਗੇ। ਪੂਰੀ ਸਹਿਮਤੀ ਬਣ ਗਈ ਤੁਹਾਡੀ? ਬਿਲਕੁਲ ਸਰ, ਬੱਚਾ ਸਾਡੇ ਨਾਲ ਬਿਲਕੁਲ ਐਗਰੀ ਸੀ, ਕੋਈ ਇਸ਼ੂ ਨਹੀਂ ਸੀ ਸਰ। ਉਸ ਤੋਂ ਬਾਅਦ ਬੱਚੇ ਦੀ ਫੈਮਿਲੀ ਚਲੇਗੀ ਬਾਹਰ, ਇਹਨਾਂ ਦੇ ਜਿਹੜੇ ਦੋਨੋਂ ਪਰਸਨ ਸੀ ਉਹ ਸਾਡੇ ਆਫਿਸ ਆਂਦੇ ਨਹੀਂ, ਬੈਠੇ ਰਹੇ ਸਰ। ਉਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਤੁਸੀਂ ਪਾਰਟੀ ਫੰਡ ਦਿਓ। ਪਾਰਟੀ ਫੰਡ ਦੀ ਮੰਗ ਕੀਤੀ ਗਈ, ਮੇਰੇ ਵੱਲੋਂ ਬਿਲਕੁਲ ਹੀ ਨੈਗਲੈਕਟ ਕਰ ਦਿੱਤਾ ਗਿਆ ਕਿ ਮੈਂ ਨਹੀਂ ਦੇਵਾਂਗੀ ਜੀ। ਜਦੋਂ ਅਸੀਂ 1 ਨੰਬਰ ਕੰਮ ਕਰਦੇ ਹਾਂ, ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਅਸੀਂ ਕਿਉਂ ਪਾਰਟੀ ਫੰਡ ਦਈਏ? ਕੀ ਕਹਿ ਕੇ ਪਾਰਟੀ ਫੰਡ ਮੰਗਿਆ, ਕਿਹਾ ਕੀ ਤੁਹਾਨੂੰ? ਉਹਨਾਂ ਨੇ ਸਰ ਇਹ ਕਿਹਾ ਕਿ ਦੇਖੋ ਤੁਹਾਡੇ ਐਵੇਂ ਦੇ ਜਿਵੇਂ ਛੋਟੇ-ਮੋਟੇ ਰੋਲੇ ਨਹੀਂ ਪੈਂਦੇ ਰਹਿੰਦੇ ਨੇ, ਹੈ ਨਾ, ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਕੋਈ ਗਲਤ ਕੰਮ ਕਰੋ ਸਹੀ, ਤੁਹਾਡੇ ਵੱਲ ਪੁਲਿਸ ਜਾਂ ਕੋਈ ਵੀ ਹੈ ਨਾ ਅਦਰ ਦੇਖੇਗਾ ਵੀ ਨਹੀਂ, ਤੁਸੀਂ ਸਾਨੂੰ ਮਨੀ ਦਿਓ ਜੀ। ਤੇ ਸੈਕਿੰਡ ਡੇ ਸਰ ਕੀ ਹੋਇਆ, ਜਦੋਂ ਮੈਂ ਮਨਾ ਕਰ ਦਿੱਤਾ ਉਹ ਸਾਡੇ ਆਫਿਸ ਤੋਂ ਚਲੇ ਗਏ। ਫਿਰ ਤੋਂ ਸਰ ਇਹਨਾਂ ਦੇ ਆਫਿਸ ਤੋਂ ਫੋਨ ਆਂਦਾ ਮੈਨੂੰ, ਕਰਨ ਸਿਓੜਾ, ਜਿਹੜਾ ਕਿ ਸਰ ਆਪਣਾ ਕੋਈ ਜਨਰਲ ਸਕੱਤਰ ਦੱਸ ਰਿਹਾ ਉਹ ਪੰਜਾਬ। ਸਰ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਆਫਿਸ 'ਚ ਪੇਸ਼ ਹੋ। ਸਰ ਪੇਸ਼ ਹੋਣ ਦਾ ਮਤਲਬ ਕੀ ਹੈ? ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ ਪੇਸ਼ ਹੋ, ਇਹਦਾ ਕਿੱਧਰ ਨੂੰ ਹੈ ਨਾ ਜਾ ਰਿਹਾ ਸਰ ਉਹ ਚੀਜ਼। ਉਹ ਕੀ ਕਹਿ ਰਹੇ ਸੀ ਵੀ ਐਮਐਲਏ ਆਫਿਸ ਦੇ ਵਿੱਚ ਤੁਸੀਂ ਪੇਸ਼ ਹੋ? ਸਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਐਸਐਸਪੀ ਹੋ, ਤੁਸੀਂ ਡੀਐਸਪੀ ਹੋ, ਤੁਸੀਂ ਮੈਨੂੰ ਫੋਨ ਕਿਸ ਅਥਾਰਟੀ ਨਾਲ ਕੀਤਾ ਜਦੋਂ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਪ੍ਰਸ਼ਾਸਨ 'ਚ ਇੱਥੇ ਕੀ ਚੱਲ ਰਿਹਾ, ਤੁਹਾਡੇ ਹਲਕੇ ਦੇ ਵਿੱਚ ਸਾਡਾ ਜਦੋਂ ਇਹਨਾਂ ਦੇ ਨਾਲ ਸਹਿਮਤੀ ਹੋ ਗਈ ਹੈ, ਸਾਡਾ ਹੈ ਨਾ ਕੰਪਰੋਮਾਈਜ਼ ਹੋ ਗਿਆ, ਤੁਹਾਡੇ ਬੰਦਿਆਂ ਦੇ ਵਿੱਚ ਵੀ ਹੋ ਗਿਆ ਹੈ ਨਾ, ਪੁਲਿਸ ਸਟੇਸ਼ਨ 'ਚ ਵੀ ਹੋ ਗਿਆ, ਫਿਰ ਫੋਨ ਕਰਨ ਦਾ ਕੀ ਰਾਈਟ ਬਣਦਾ ਤੁਹਾਡਾ? ਇਹ ਕਹਿੰਦੇ ਸਾਡੇ ਕੋਲ ਰਿਟਨ 'ਚ ਐਪਲੀਕੇਸ਼ਨ ਆਈ ਹੋਈ ਹੈ ਤੁਹਾਡੇ ਅਗੇਂਸਟ, ਸੋ ਤੁਹਾਨੂੰ ਆਉਣਾ ਹੀ ਪਏਗਾ। ਸਰ ਮੈਂ ਕਿਹਾ ਕੋਈ ਗੱਲ ਨਹੀਂ ਜੀ, ਮੈਂ ਤੁਹਾਡੇ ਆਫਿਸ ਆ ਰਹੀ ਹਾਂ। ਜਦੋਂ ਸਰ ਇਹਨਾਂ ਦੇ ਆਫਿਸ ਗਈ ਤੇ ਐਮਐਲਏ ਸਾਹਿਬ ਨੂੰ ਮਿਲਣ ਲਈ ਕਿਹਾ, ਐਮਐਲਏ ਸਾਹਿਬ ਦੀ ਸਰ ਇੰਨੀ ਰੂਟ ਲੈਂਗੁਏਜ, ਉਹਨਾਂ ਨੇ ਇਸ ਤਰੀਕੇ ਨਾਲ, ਮੈਂ ਪਹਿਲਾਂ ਹੀ ਫੋਨ ਆਪਣਾ ਸਰ ਰਿਕਾਰਡਿੰਗ 'ਤੇ ਲਾ ਕੇ ਗਈ ਸੀ। ਮੈਨੂੰ ਚਲੋ ਇਹ ਇੱਦਾਂ ਦੀ ਕੋਈ ਆਸ ਨਹੀਂ ਸੀ ਕਿ ਇਹ ਮੇਰੇ ਨਾਲ ਗਲਤ ਬੋਲਣਗੇ, ਮੈਨੂੰ ਇਹ ਸੀ ਕਿ ਰਿਸਪੈਕਟ ਨਾਲ ਬਿਠਾਉਣਗੇ ਵੀ ਸਾਡੇ ਜਿਹੜੇ ਮਸਲੇ ਨੂੰ ਇਹ ਹੈ ਨਾ ਉਹ ਕਰਨਗੇ, ਸੌਟ ਆਊਟ ਕਰਨਗੇ, ਆਪਣੇ ਬੰਦੇ ਨੂੰ ਕਹਿਣਗੇ ਕਿ ਨੈਕਸਟ ਟਾਈਮ ਇਹ ਨਾ ਹੋਵੇ। ਜਦੋਂ ਕਿ ਸਰ ਮੇਰਾ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਰ, ਆਮ ਆਦਮੀ ਪਾਰਟੀ ਦੇ ਨਾਲ ਵੀ ਕੋਈ ਐਵੇਂ ਦਾ ਨਹੀਂ ਹੈਗਾ। ਲੇਕਿਨ ਸਰ ਇਹਨਾਂ ਨੇ ਫਿਰ ਸਾਨੂੰ ਇੱਕ ਚੀਜ਼ ਗਲਤ ਬੋਲੀ, ਕਹਿੰਦੇ ਕਿ ਤੁਸੀਂ ਕੁੜੀਆਂ ਕਿਉਂ ਰੱਖੀਆਂ ਹੋਈਆਂ ਆਫਿਸ 'ਚ? ਤੁਸੀਂ ਦੱਸੋ ਸਰ, ਕਿਉਂ ਅਸੀਂ ਕੁੜੀਆਂ ਹੀ ਰੱਖਾਂਗੇ? ਸੈਕਿੰਡ ਥਿੰਗ ਸਰ, ਇਹਨਾਂ ਨੂੰ ਐਪਲੀਕੇਸ਼ਨ ਲੈਣ ਦਾ ਰਾਈਟ ਕੀ ਹੈ? ਜਦੋਂ ਇਟ ਮੀਨ ਤਾਂ ਇਹ ਹੋਇਆ ਸਰ, ਇਹ ਨਿਆਂਪਾਲਿਕਾ ਨੂੰ ਵੀ ਆਪਣੇ ਅੰਡਰ ਲੈ ਰਹੇ ਨੇ ਤੇ ਕਾਰਜਪਾਲਿਕਾ ਨੂੰ ਵੀ ਲੈ ਰਹੇ ਨੇ। ਫਿਰ ਤਾਂ ਸਰ ਇਹਨਾਂ ਨੂੰ ਕੀ ਕਰਨਾ ਚਾਹੀਦਾ? ਆਪਣੇ ਕੋਰਟ ਬੰਦ ਕਰ ਦੇਣੇ ਚਾਹੀਦੇ ਨੇ, ਠੀਕ ਹੈ, ਪੁਲਿਸ ਸਟੇਸ਼ਨ ਬੰਦ ਕਰ ਦੇਣੇ ਚਾਹੀਦੇ ਨੇ, ਐਮਐਲਏ ਨੂੰ ਆਪਣੀ ਕਚਹਿਰੀ ਲਾਣੀ ਚਾਹੀਦੀ ਹੈ। ਫਿਰ ਤਾਂ ਸਾਰਾ ਕੁਝ ਇਹਨਾਂ ਦੇ ਅੰਡਰ ਹੈ, ਫਿਰ ਸਰ ਕਾਹਦੀ ਡੈਮੋਕ੍ਰੇਸੀ ਰਹੇਗੀ ਜੀ? ਪੁਲਿਸ ਵੱਲੋਂ ਕਾਲ ਆਈ ਫਿਰ ਤੁਹਾਨੂੰ? ਪਹਿਲਾਂ ਪੁਲਿਸ ਵੱਲੋਂ ਆਈ ਕਾਲ ਕਿ ਸਿੱਧੀ ਐਮਐਲਏ ਵੱਲੋਂ? ਫਿਰ ਇਹਨਾਂ ਨੇ ਸਰ ਮੇਰੇ ਉੱਥੇ ਬੈਠੇ ਹੀ ਆਪਣੇ ਫੋਨ ਕੀਤਾ, ਇਹਨਾਂ ਨੂੰ ਆਪਣੇ ਐਸਐਚਓ ਨੂੰ ਕਰਿਆ ਸਰ ਦੁਰਾਹੇ ਨੂੰ, ਲਖਵੀਰ ਸਿੰਘ ਜੀ ਨੂੰ, ਉਹਨਾਂ ਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਇਹਨਾਂ ਦੇ ਆਫਿਸ 'ਚ ਹੁਣੀ ਜਾਓ, ਇਹਨਾਂ ਦਾ ਇੱਕ ਡਾਕੂਮੈਂਟ ਸ਼ਾਮ ਤੱਕ ਮੈਨੂੰ ਲਿਸਟ ਚਾਹੀਦੀ ਹੈ, ਨਹੀਂ ਤਾਂ ਲੋਕ ਲਾ ਕੇ ਆਓ। ਸਰ ਉਹ ਰਿਕਾਰਡਿੰਗ 'ਚ ਵੀ ਤੁਸੀਂ ਸੁਣਿਆ ਹੋਣਾ ਸਰ, ਇੱਕ ਹੁੰਦਾ ਧਮਕੀ ਦੇਣਾ, ਇੱਕ ਹੁੰਦਾ ਸਿੱਧਾ ਤੁਸੀਂ ਉਸ ਚੀਜ਼ ਨੂੰ ਇੰਪਲੀਮੈਂਟ ਵੀ ਕਰਨਾ। ਇਹਨਾਂ ਨੇ ਸਰ ਜਦੋਂ ਮੈਂ 10 ਮਿੰਟ ਬਾਅਦ ਆਪਣੇ ਆਫਿਸ ਆਈਆਂ ਸਰ, ਉੱਥੇ ਸਾਰੀ ਦੁਰਾਹੇ ਦੀ ਪੁਲਿਸ ਮੇਰੇ ਆਫਿਸ 'ਚ, ਸਾਡਾ ਸਾਰਾ ਸਟਾਫ ਡਰ ਗਿਆ। ਤੇ ਸਰ ਜਦੋਂ ਅਸੀਂ ਉਹਨਾਂ ਨੂੰ ਸਾਰੇ ਆਪਣੇ ਲਾਇਸੈਂਸ ਡਾਕੂਮੈਂਟ ਦਿਖਾ ਦਿੱਤੇ, ਫਿਰ ਸਰ ਮੈਂ ਉਹਨਾਂ ਨੇ ਮੇਰੀ ਏਐਸਆਈ ਨਾਲ ਗੱਲ ਕਰਵਾਈ, ਐਸਐਚਓ ਨਾਲ। ਐਸਐਚਓ ਸਰ ਕਹਿੰਦੇ ਵੀ ਹਾਂਜੀ ਤੁਹਾਡੇ ਅਗੇਂਸਟ ਕੰਪਲੇਂਟ ਆਈ ਹੈ। ਮੈਂ ਕਿਹਾ ਸਰ ਮੇਰੀ ਗੱਲ ਸੁਣੋ, ਕੋਈ ਕੰਪਲੇਂਟ ਨਹੀਂ ਆ, ਕੋਈ ਕੁਝ ਨਹੀਂ ਹੈਗਾ ਜੀ, ਤੁਹਾਨੂੰ ਐਮਐਲਏ ਸਾਹਿਬ ਨੇ ਭੇਜਿਆ ਹੋਇਆ ਏ, ਮੇਰੇ ਕੋਲ ਇੱਕ ਪ੍ਰੂਫ ਹੈ ਨਾ, ਮੈਂ ਤੁਹਾਨੂੰ ਸ਼ੋਅ ਕਰ ਦੂੰ। ਸਰ ਮੈਨੂੰ ਕਹਿੰਦੇ ਗੱਲ ਕਰਵਾਓ। ਸਰ 2 ਮਿੰਟ 'ਚ ਸਾਰੇ ਉੱਥੋਂ ਚਲੇ ਗਏ ਨੇ। ਫਿਰ ਸਰ ਇਹ ਕੀ ਹੈ? ਕਿਹੜਾ ਗੁੰਡਾ ਰਾਜ ਹੀ ਚੱਲ ਰਿਹਾ ਹੈ? ਇਹ ਕਿਹੜੀ ਆਮ ਆਦਮੀ ਪਾਰਟੀ ਹੈ ਦੱਸੋ ਸਰ? ਆਮ ਆਦਮੀ ਦੀ ਪਾਰਟੀ ਹੈਗੀ ਇਹ ਜੀ? ਅੱਛਾ, ਤੁਹਾਡੇ ਡਾਕੂਮੈਂਟ ਸਾਰੇ ਸਹੀ ਨਿਕਲੇ? ਸਾਰੇ ਸਹੀ ਸੀ, ਨਹੀਂ ਤਾਂ ਸਰ ਹੁਣ ਨੂੰ ਸਾਡਾ ਆਫਿਸ ਬੰਦ ਕਰਵਾ ਦਿੰਦੇ ਨੇ। ਕਰਵਾ ਦੇਣਾ ਸੀ ਸਰ। ਇਸ ਤੋਂ ਬਾਅਦ ਸਰ ਮੇਰੀ 3 ਕਾਨਫਰੰਸਾਂ ਸੀਗੀਆਂ ਮੀਡੀਆ ਦੇ ਨਾਲ, ਉਹ ਵੀ ਇਹਨਾਂ ਨੇ ਰੱਦ ਕਰਵਾ ਦਿੱਤੀਆਂ ਸਰ। ਇੱਕ ਕਾਨਫਰੰਸ ਕਵਰ ਅਪ ਵੀ ਹੋਈ, ਫਿਰ ਵੀ ਸਰ ਇਹਨਾਂ ਨੇ ਲੱਗਣ ਨਹੀਂ ਦਿੱਤੀ ਇੱਥੋਂ, ਈਵਨ ਕਿ ਮੇਰਾ ਐਡਵੋਕੇਟ ਵੀ ਸਰ ਇਹਨਾਂ ਨੇ ਭਜਾ ਦਿੱਤਾ ਹੈ। ਅੱਛਾ ਸਰ ਇੰਨਾ ਜ਼ਿਆਦਾ ਫਰਸਟ੍ਰੇਟਡ ਆ ਮੈਂ, ਮੈਨੂੰ ਸਰ ਆਪਣੀ ਜਾਨ ਦਾ ਵੀ ਖਤਰਾ ਹੈ। ਅੱਛਾ, ਸਾਰਾ ਜਿੰਨਾ ਮੀਡੀਆ ਨੇ ਤੁਹਾਡੀ ਗੱਲਬਾਤ ਕਵਰ ਕੀਤੀ ਸੀ ਉਹ ਆ ਨਹੀਂ ਸਕੀ ਸਾਹਮਣੇ? ਨਹੀਂ ਸਰ, ਉਹਦਾ ਸਰ ਲਿੰਕ ਵੀ ਮੇਰੇ ਕੋਲ ਪਿਆ ਹੈ, ਅਗਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਸ਼ੋਅ ਕਰ ਸਕਦੀ ਹਾਂ ਜੀ। ਸੋ ਵੱਡੇ ਸਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਕਿਉਂਕਿ ਜੇ ਪੱਤਰਕਾਰੀ ਵੀ ਆ ਤਾਂ ਸਾਡੀ ਵੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਜੋ ਲੋਕਾਂ ਦੀਆਂ ਗੱਲਾਂ ਉਹਨਾਂ ਨੂੰ ਸਾਹਮਣੇ ਲਿਆਉਣਾ ਪੱਤਰਕਾਰਤਾ ਦਾ ਵੀ ਫਰਜ਼ ਆ। ਪਰ ਜਦੋਂ ਕਿਸ ਦੀ ਜ਼ੁਬਾਨਬੰਦੀ ਕੀਤੀ ਜਾਂਦੀ ਆ,
ਤਾਂ ਲੋਕ ਆ ਜਿਹੜੇ ਉਹ ਚੁੱਪ ਨਹੀਂ ਕਰਦੇ, ਵੱਡੇ ਸਵਾਲ ਲੈ ਕੇ ਲੋਕ ਉਸ ਤੋਂ ਵੀ ਅੱਗੇ ਜਾ ਕੇ ਗੱਲ ਕਰਦੇ ਆ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਤਰੀਕੇ ਨਾਲ ਸੋਚਣਾ ਚਾਹੀਦਾ ਕਿ ਜੇਕਰ ਆਮ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤਾਂ ਇਹ ਜਿਹੜੇ ਆਮ ਲੋਕ ਆ ਉਹਨਾਂ ਦੀ ਆਵਾਜ਼ ਬੰਦ ਨਾ ਕਰਨ, ਉਹਨਾਂ ਦੀ ਗੱਲ ਸੁਣਨ। ਜਿਹੜੇ ਨਿੱਕੇ ਨਿੱਕੇ ਇਹ ਰੌਲੇ ਆ ਇਹ ਤਾਂ ਬਹੁਤ ਨੀਵੇਂ ਲੈਵਲ ਦੇ ਰੌਲੇ ਆ, ਤਾਂ ਵੱਡੇ ਰੌਲੇ ਪੰਜਾਬ ਦੇ ਜਿਹੜੇ ਆ ਉਹ ਸਿਰ ਮੰਡਰਾ ਰਹੇ ਆ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਖਾਸ ਕਰਕੇ ਭਗਵੰਤ ਮਾਨ ਜੀ ਨੂੰ ਇਹ ਸੋਚਣਾ ਚਾਹੀਦਾ। ਆਮ ਆਦਮੀ ਪਾਰਟੀ ਇੰਨੀ ਕੁ ਰਿਸਪੈਕਟ ਦੇ ਰਹੀ ਫੀਮੇਲਸ ਨੂੰ ਕਿ ਇਹਨਾਂ ਨੇ ਕੁੜੀਆਂ ਤੋਂ ਵੋਟਾਂ ਨਹੀਂ ਲਈਆਂ? ਉਸ ਟਾਈਮ ਇਹਨਾਂ ਨੇ ਪਾਰਟੀਸ਼ਨ ਕਿਉਂ ਨਹੀਂ ਕੀਤੀ? ਉਸ ਟਾਈਮ ਵੀ ਜੇ ਸਿਰਫ ਮੈਟਰ ਕਰਦੇ ਨਾ ਕਿ ਸਿਰਫ ਜੈਂਟਸ ਸਾਨੂੰ ਵੋਟਾਂ ਪਾਉਂਦੇ, ਦੱਸਣ ਸਰ। ਮੈਂ ਇਸ ਤੋਂ ਬਾਅਦ ਸਰ ਇਹ ਨਹੀਂ ਹੈਗਾ, ਮੈਂ ਆਪਣੇ ਸੀਐਮ ਸਰ ਨੂੰ ਵੀ ਇਹਨਾਂ ਨੂੰ ਮੇਲ ਕੀਤੀ ਸਰ, ਉਹਨਾਂ ਦੇ ਪਰਸਨਲ ਨੰਬਰ ਤੇ ਵੀ ਸਰ ਮੈਂ ਇਹ ਰਿਕਾਰਡਿੰਗ ਵੀ ਭੇਜੀ ਸਰ, ਆਪਣੀ ਐਪਲੀਕੇਸ਼ਨ ਵੀ ਭੇਜੀ। ਹੁਣ ਤੱਕ ਸਰ ਮੇਰਾ ਕੋਈ ਵੀ ਹੱਲ ਨਹੀਂ ਕੀਤਾ ਗਿਆ, ਕਿਸੇ ਵੱਲੋਂ ਮੈਨੂੰ ਕੋਈ ਕਾਲ ਨਹੀਂ ਆਈ ਸਰ। ਫਿਰ ਸਾਨੂੰ ਦੱਸੋ ਵੀ ਕਿਹੜੀ ਆਮ ਆਦਮੀ ਦੀ ਪਾਰਟੀ ਹੈ ਇਹ? ਦੱਸੋ ਜੀ। ਇਹਦਾ ਮਤਲਬ ਤਾਂ ਇਹ ਚਾਹੁੰਦੇ ਨੇ, ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਅਸੀਂ ਗਰਲਸ ਦੇ ਅਸੀਂ ਕਿਰਾਏ ਬੰਦ ਕਰ ਦਿੱਤੇ ਨੇ। ਇਟ ਮੀਨ ਤਾਂ ਇਹ ਹੋਇਆ ਕਿ ਕੁੜੀਆਂ ਘਰੇ ਬੈਠਣ, ਇਹ ਅਰਨ ਨਾ ਕਰਨ, ਤਾਂ ਕਿ ਸਾਨੂੰ ਕੱਲ੍ਹ ਨੂੰ ਕੁਐਸਚਨਿੰਗ ਨਾ ਹੋਵੇ, ਸਾਡੇ ਅੰਡਰ ਹੀ ਰਹਿਣ, ਦਬ ਕੇ ਰਹਿਣ ਜੀ। ਇਹੀ ਹੈ। ਭਗਵੰਤ ਮਾਨ ਜੀ ਹੁਣਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ ਸੀ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਤੁਸੀਂ ਵੀਡੀਓ ਬਣਾਓ ਤੇ ਸਾਨੂੰ ਸੈਂਡ ਕਰੋ। ਕੋਈ ਇਦਾਂ ਦਾ ਕੀਤਾ ਤੁਸੀਂ? ਉਸ ਨੰਬਰ ਤੇ ਵੀ ਮੈਂ ਸਾਰਾ ਕੁਝ ਕੀਤਾ ਹੈ ਨਾ, ਮੇਰੇ ਕੋਲ ਰਿਕਾਰਡ 'ਚ ਪਿਆ ਹੈ ਸਰ। ਮੈਨੂੰ ਕੋਈ ਹਜੇ ਤੱਕ ਕੋਈ ਰਿਵਰਟ ਨਹੀਂ ਆਇਆ ਜੀ। ਕੀ ਤੁਹਾਡੇ ਕੋਲ ਉਹ ਰਿਕਾਰਡ ਹੈ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਸਾਡੇ ਆਫਿਸ ਆਏ? ਹਾਂਜੀ। ਪਹਿਲਾਂ ਮੀਟਿੰਗ ਉਹਨਾਂ ਦੇ ਮਾਪਿਆਂ ਨਾਲ ਹੋਈ, ਫਿਰ ਮੀਟਿੰਗ ਤੁਹਾਡੇ ਨਾਲ ਹੋਈ, ਜਾਂ ਤੁਸੀਂ ਆਫਿਸ ਗਏ, ਜਾਂ ਜਿਹੜੀ ਵੀ ਫੀਸ ਭਰੀ ਹੈ ਤੁਹਾਡਾ ਉਹਦਾ ਕੋਈ ਰਿਕਾਰਡ ਹੈ ਤਾਂ ਜ਼ਰੂਰ ਉਸ ਇੱਕ ਚੀਜ਼ ਦਾ ਸਾਡੇ ਕੋਲ ਰਿਕਾਰਡ ਹੈ। ਜਿਹੜੇ ਸਾਡੇ ਆਫਿਸ ਆਏ ਨੇ ਸਰ, ਸਰ ਇੱਕ ਤਾਂ ਇਹ ਦੇਖੋ ਜੀ, ਐਮਐਲਏ ਸਾਹਿਬ ਦੇ ਆਫਿਸ ਜਦੋਂ ਮੇਰੇ ਨਾਲ ਗੱਲ ਹੋ ਰਹੀ ਸੀਗੀ ਉਸ ਟਾਈਮ ਦਾ ਹੀ ਜੀ ਸਰ, ਜਦੋਂ ਇਹਨਾਂ ਨੇ ਆਪਣੀ ਪੁਲਿਸ ਦੀ ਰੇਡ ਕਰਵਾਈ ਹੈ ਸਰ, ਇਹ ਪੁਲਿਸ ਦੀਆਂ ਨਹੀਂ ਸਰ। ਜਿਹੜੀ ਡੀਜੀਪੀ ਸਾਹਿਬ ਨੂੰ ਮੈਂ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਦਾ ਕੰਪਲੇਂਟ ਨੰਬਰ ਹੈ ਜੀ। ਸੈਕਿੰਡ ਸਰ, ਇਹਨਾਂ ਦਾ ਜਿਹੜੀ ਆਪਣੇ ਐਮਐਲਏ ਸਾਹਿਬ ਨੇ ਆਪਣਾ ਨਵਾਂ ਹੈ ਨਾ, ਇਹਨਾਂ ਨੇ ਬਿਜ਼ਨਸ ਸਟਾਰਟ ਕੀਤਾ ਹੈ ਨਿਆਂਪਾਲਿਕਾ ਨੂੰ ਆਪਣੇ ਹੱਥ 'ਚ ਲੈਣ ਦਾ। ਇਹ ਸਰ ਇਹਨਾਂ ਦੀ ਐਪਲੀਕੇਸ਼ਨ ਹੈ, ਜਿਹੜੀ ਐਪਲੀਕੇਸ਼ਨ ਲੈਣ ਦਾ ਇਹਨਾਂ ਨੇ ਨਵਾਂ ਕੰਮ ਸਟਾਰਟ ਕੀਤਾ ਹੈ ਜੀ। ਇਹ ਸਰ ਫੈਮਿਲੀ ਹੈ, ਜਦੋਂ ਕੰਪਰੋਮਾਈਜ਼ ਹੋਇਆ ਹੈ ਉਸ ਟਾਈਮ ਸਰ ਫੈਮਿਲੀ ਨਾਲ ਬੈਠੇ ਆ। ਬਾਅਦ 'ਚ ਜਿਹੜੀ ਸਰ ਇਹਨਾਂ ਦੇ ਬੰਦੇ ਸੀਗੇ ਉਹ ਸੈਟਿੰਗ ਕਰਨ ਲਈ ਬਾਅਦ 'ਚ ਬੈਠੇ ਰਹੇ ਨੇ ਜੀ, ਉਸ ਟਾਈਮ ਦੀਆਂ ਸਰ ਦੱਸੋ ਜੀ। ਅੱਛਾ, ਪਹਿਲਾਂ ਉਹ ਚਾਰੇ ਜਾਣੇ, ਫਿਰ ਇਹ ਦੋ ਜਾਣੇ ਰਹਿ ਗਏ ਜੀ। ਸਾਡੇ ਕੋਲ ਹਰ ਇੱਕ ਚੀਜ਼ ਦਾ ਰਿਕਾਰਡ ਹੋਏਗਾ ਜੀ। ਜੀ ਜਿਹੜਾ ਫੀਸ ਵਾਲਾ ਤੁਹਾਡੇ ਕੋਲ ਉਹਦਾ ਕੋਈ ਹੈ ਰਿਕਾਰਡ? ਉਹਦੇ ਵਿੱਚ ਬਾਈ ਅਕਾਊਂਟ ਪੇਮੈਂਟ ਗਈ ਹੋਈ ਹੈ ਜੀ, ਇੱਕ ਪੈਸਾ ਹੈ ਨਾ, ਉਹ ਅਸੀਂ ਸਰ ਜਦੋਂ ਸਾਡੀ ਕੋਈ ਵੀ ਵੈਰੀਫਿਕੇਸ਼ਨ ਹੋਏਗੀ ਅਸੀਂ ਸਰ ਦਵਾਂਗੇ ਜੀ। ਉਹ ਤਾਂ ਸਰ ਦੇਖੋ ਉਹਦੇ 'ਚ ਤਾਂ ਗੱਲ ਕਰਨ ਵਾਲੀ ਹੈ ਹੀ ਨਹੀਂ, ਕਿਉਂਕਿ ਜੇ ਅੰਬੈਸੀ 'ਚ ਫਾਈਲ ਗਈ ਹੈ ਤਾਂ ਸਾਰੀਆਂ ਫੀਸਾਂ ਭਰ ਕੇ ਹੀ ਗਈ ਹੈ ਨਾ, ਉਹ ਤਾਂ ਗਲਤ ਕੋਈ ਕਹਿ ਹੀ ਨਹੀਂ ਸਕਦਾ ਉਸ ਚੀਜ਼ ਨੂੰ ਜੀ। ਜੀ ਜੀ। ਸੋ ਵੱਡੇ ਸਵਾਲ ਨੇ ਇਹ ਲੋਕਾਂ ਦੇ, ਕਿਉਂਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਭੂ ਮਾਫੀਏ ਨੂੰ, ਹੋਰ ਜਿੰਨੇ ਮਾਫੀਆ, ਇਹ ਸਾਰਿਆਂ ਨੂੰ ਖਤਮ ਕਰਨ ਦਾ ਵੱਡਾ ਸਵਾਲ ਆ। ਪਰ ਅੱਜ ਜਿਵੇਂ ਪਾਰਟੀ ਫੰਡ ਕਹਿ ਕੇ ਉਹਨਾਂ ਤੋਂ ਪੈਸੇ ਲਏ ਜਾ ਰਹੇ ਆ, ਇਹ ਗੱਲ ਸਾਹਮਣੇ ਆ ਰਹੀ ਆ, ਤਾਂ ਬਹੁਤ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ। ਤਾਂ ਵੱਡੇ ਮਸਲੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਉੱਠ ਸਕਦੇ ਆ। ਸੋ ਜੁੜੇ ਰਹੋ ਦੁਨੀਆ ਦੇ ਨਾਲ।